ਵਾਹਿਗੁਰੂ ਸਾਹਿਬ ਜੀ। ਡੰਡੋਤ ਵੰਦਨ ਕਵਾਰ। ਸਰਵ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ ਕਹਾਂ ਬੁੱਧ ਪ੍ਰਭ ਤੁਛ ਹਮਾਰੀ। ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲਿਓ ਤੁਮ ਕਥਾ ਸੁਧਾਰੀ। ਜੇਤਾ ਜੀਓ ਪਿਣ ਸਭ ਤੇਰਾ। ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ। ਜਿਹਾ ਤੂੰ ਕਰਾਏ ਤਿਹਾ ਹਉ ਕਰੀ ਬਖਿਆਨ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਸਿੱਖਾ ਅੰਦਰੋਂ ਜੋਰ ਛੱਡ। ਤੂੰ ਭਉ ਕਰ ਝੱਲ ਗਵਾਏ। ਗੁਰ ਕੈ ਭੈ ਕੀਤੇ ਨਿਸਤਰੇ। ਭੈ ਵਿੱਚ ਨਿਰਭਉ ਪਾਏ। ਮਨ ਕਠੋਰ ਸ਼ਬਦ ਭੇਦ ਤੂੰ। ਸ਼ਾਂਤ ਵਸੈ ਮਨ ਆਏ। ਸ਼ਾਂਤੀ ਵਿੱਚ ਕਾਰ ਕਮਾਵਣੀ। ਸਾ ਖਸਮ ਪਾਏ ਥਾਏ। ਨਾਨਕ ਕਾਮ ਕ੍ਰੋਧ ਕਿਨੈ ਨਾ ਪਾਇਓ। ਪੁੱਛੋ ਗਿਆਨੀ ਜਾਏ। ਨਾਨਕ ਕਾਮ ਕ੍ਰੋਧ ਕਿਨੈ ਨਾ ਪਾਇਓ। ਪੁੱਛੋ ਗਿਆਨੀ ਜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੀ ਸਾਜੀ ਨਿਵਾਜੀ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ। ਸਤ ਸੰਗਤ ਦਾ ਅਮੋਲਕ ਸਮਾਂ ਬਖਸ਼ਿਆ ਹੈ। ਗੁਰਬਾਣੀ ਦੀ ਜੋ ਲੜੀਵਾਰ ਕਥਾ ਇਸ ਪਾਵਨ ਸਥਾਨ ਤੇ ਚੱਲ ਰਹੀ ਹੈ। ਜਿਹਦੇ ਤਹਿਤ ਰਾਗ ਬਿਹਾਗੜਾ ਦੀ ਵਾਰ ਜੋ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਹੈ। ਇਸ ਦੇ ਵਿੱਚ ਜਿਹੜੇ ਸ਼ਲੋਕ ਹਨ ਉਹ ਤਕਰੀਬਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਆਏ ਹਨ। ਸ਼ਲੋਕ ਪੌੜੀ ਦੇ ਭਾਵ ਨੂੰ ਖੋਲ੍ਹਦੇ ਹਨ। ਸਹਿ ਸੱਚੇ ਪਾਤਸ਼ਾਹ ਪਾਵਨ ਬਾਣੀ ਦੁਆਰਾ ਜੋ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਓ ਸਤਿਗੁਰੂ ਜੀ ਦੇ ਅੰਮ੍ਰਿਤ ਬਚਨਾਂ ਨਾਲ ਸਾਂਝ ਪਾਈਏ। ਇਸ ਸਮੇਂ ਸਤਿਗੁਰੂ ਜੀ ਦੇ ਪਾਵਨ ਬਚਨ ਜੋ ਵਿਚਾਰ ਅਧੀਨ ਹਨ। ਗੁਰੂ ਮਹਾਰਾਜ ਜੀ ਦੇ ਪਾਵਨ ਅੰਗ 551 ਔਰ 552 ਅੰਗ ਤੇ ਸੁਭਾਏਮਾਨ ਹਨ। ਸਹਿ ਸੱਚੇ ਪਾਤਸ਼ਾਹ ਪਾਵਨ ਬਾਣੀ ਦੁਆਰਾ ਉਪਦੇਸ਼ ਕਰਦੇ ਨੇ। ਜਿਸ ਵਾਹਿਗੁਰੂ ਨਿਰੰਕਾਰ ਨੇ ਇਹ ਸਾਰਾ ਕੁਝ ਸਾਜਿਆ ਹੈ, ਉਸ ਦੀ ਪ੍ਰਾਪਤੀ ਦਾ ਤਰੀਕਾ ਹੈ ਕਿ ਮਨੁੱਖ ਆਪਣੀ ਹੰਗਤਾ ਨੂੰ ਹੰਕਾਰ ਨੂੰ ਛੱਡ ਕੇ ਗੁਰੂ ਦੇ ਭੈ ਵਿੱਚ ਆ ਕੇ ਨਾਮ ਜਪੇ, ਭਗਤੀ ਦੀ ਕਾਰ ਕਰੇ ਤਾਂ ਉਹ ਵਾਹਿਗੁਰੂ ਨੂੰ ਪਾ ਲੈਂਦਾ ਹੈ। ਪਰਮਾਤਮਾ ਦੀ ਪ੍ਰਾਪਤੀ ਵਾਸਤੇ ਯਤਨ ਲੋਕ ਬਹੁਤ ਕਰਦੇ ਨੇ, ਪਰ ਆਪਣੇ ਮਨ ਹੱਠ ਦੇ ਵਿੱਚ ਕਰਦੇ ਹਨ।
ਤੇ ਗੁਰੂ ਮਹਾਰਾਜ ਜੀ ਦੇ ਬਚਨ ਹਨ, ਮਨ ਹਟ ਕਿਨੈ ਨਾ ਪਾਇਓ, ਸਭ ਥੱਕੇ ਕਰਮ ਕਮਾਏ। ਮਨ ਹਟ ਕਰ ਕਰਕੇ ਬੜੇ ਲੋਕ ਥੱਕ ਗਏ, ਅੱਕ ਗਏ, ਪਰ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋਈ। ਮਨ ਦਾ ਹਟ ਉਹਦੇ ਦੁਆਰਾ ਪੜ੍ਹੇ ਹੋਏ ਪਾਠ, ਕੀਤੇ ਹੋਏ ਵੇਦਾਂ ਦੇ ਕਥਨ ਮਹਾਰਾਜ ਫਰਮਾਨ ਕਰਦੇ ਨੇ, ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭੁਜੰਗਮ ਸਾਧੇ, ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਅਧਕ ਅਹੰ ਬੁੱਧ ਬਾਧੇ। ਪਿਆਰੇ ਇਨ ਵਿਦ ਮਿਲ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸੁਆਮੀ ਕੈ ਦੁਆਰੈ, ਦੀਜੈ ਬੁੱਧ ਵਿਵੇਕਾ। ਮੌਨ ਭਇਓ ਕਰਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ, ਤਟ ਤੀਰ ਸਭ ਧਰਤੀ ਭਰਮਿਓ, ਦੁਬਿਧਾ ਛੁਟਕੈ ਨਾਹੀ। ਮਨ ਕਾਮਨਾ ਤੀਰਥ ਜਾਇ ਬਸਿਓ, ਸਿਰ ਕਰਵਤ ਰਾਏ, ਮਨ ਕੀ ਮੈਲ ਨਾ ਉਤਰੈ, ਇਹ ਬਿਦ ਜੇ ਲਖ ਯਤਨ ਕਰਾਏ। ਇਸ ਤਰ੍ਹਾਂ ਮਹਾਰਾਜ ਹੋਰ ਵੀ ਬਹੁਤ ਸਾਰੇ ਕਰਮ ਦੱਸਦੇ ਹਨ। ਸੁਆਓ ਸਤਿਗੁਰੂ ਪਾਤਸ਼ਾਹ ਜੋ ਬਖਸ਼ਿਸ਼ ਕਰ ਰਹੇ ਨੇ, ਅੰਮ੍ਰਿਤ ਬਚਨਾਂ ਨਾਲ ਸਾਂਝ ਪਾਈਏ, ਗੁਰੂ ਚਰਨਾਂ 'ਚ ਹਾਜ਼ਰੀ ਲਵਾਓ। ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਲਾ ਤੀਜਾ। ਸਿੱਖਾਂ ਅੰਦਰੋਂ ਦੂਰ ਜੋਰ ਛੱਡ, ਤੂੰ ਭਉ ਕਰ ਚੱਲ ਗਵਾਏ। ਜੋ ਸਾਡੀਆਂ ਸੰਪਰਦਾਵਾਂ ਹਨ, ਇਹਦੀ ਉਥਾਨਕਾਂ ਲਿਖਦੀਆਂ ਹਨ। ਜਿਸ ਸਮੇਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਗੋਬਿੰਦਵਾਲ ਨਗਰ ਵਸਾਇਆ, ਤੇ ਮਹਾਰਾਜ ਗੁਰਤਾ ਗੁਰਗੱਦੀ ਮਿਲਣ ਤੋਂ ਬਾਅਦ ਇੱਥੇ ਆ ਕੇ ਵਿਰਾਜਮਾਨ ਹੋ ਕੇ ਜਗਤ ਦਾ ਉਧਾਰ ਕਰਨ ਲੱਗੇ। ਇੱਥੇ ਗੋਬਿੰਦਵਾਲ ਸਾਹਿਬ ਦੇ ਵਿੱਚ ਜਿਹੜੇ ਮੁਸਲਮਾਨ ਸ਼ੇਖ ਹਨ, ਉਹ ਵੀ ਆ ਕੇ ਵਸੇ ਹਨ। ਉਹਨਾਂ ਦੀ, ਮੁਸਲਮਾਨਾਂ ਦੀ, ਮੁਗਲਾਂ ਦੀ ਹਕੂਮਤ ਹੈ। ਇਸ ਕਰਕੇ ਜਿਹੜੇ ਸ਼ੇਖਾਂ ਦੇ ਮੁੰਡੇ ਨੇ, ਉਹ ਬੜੀ ਹੂੜ ਮੱਤ ਦੇ ਨਾਲ ਵਿਚਰਦੇ ਹਨ। ਜਿਹੜੇ ਸਿੱਖ ਜਲ ਲੈਣ ਜਾਂਦੇ ਹਨ ਤਾਂ ਉਹਨਾਂ ਦੇ ਘੜਿਆਂ ਨੂੰ ਗਲੇਲਾਂ ਦੇ ਨਾਲ ਤੋੜ ਦਿੰਦੇ ਹਨ। ਇਸ ਤਰ੍ਹਾਂ ਕੁਝ ਦਿਨ ਸਿਲਸਿਲਾ ਚੱਲਿਆ। ਸਿੱਖਾਂ ਨੇ ਗੁਰੂ ਮਹਾਰਾਜ ਜੀ ਕੋਲ ਬੇਨਤੀ ਕੀਤੀ, ਲੰਗਰ ਵਾਸਤੇ ਜਦੋਂ ਜਲ ਲੈਣ ਜਾਂਦੇ ਹਾਂ, ਲੈ ਕੇ ਆਉਂਦੇ ਹਾਂ, ਸਿੱਖਾਂ ਦੇ ਨੌਜਵਾਨ ਮੁੰਡੇ ਨੇ ਉਹ ਘੜੇ ਭੰਨ ਦਿੰਦੇ ਨੇ। ਮਹਾਰਾਜ ਕਹਿੰਦੇ ਫਿਰ ਮਸ਼ਕਾਂ ਵਿੱਚ ਜਲ ਲੈ ਆਇਆ ਕਰੋ। ਜਦੋਂ ਮਸ਼ਕਾਂ ਵਿੱਚ ਜਲ ਲੈ ਕੇ ਆਉਣ ਲੱਗ ਪਏ ਤੇ ਉਹਨਾਂ ਨੇ ਤੀਰਾਂ ਦੇ ਨਾਲ ਮਸ਼ਕਾਂ ਫੁੰਡ ਦੇਣੀਆਂ। ਫਿਰ ਕੁਝ ਦਿਨ ਇਹ ਸਿਲਸਿਲਾ ਕੀਤਾ। ਸਿੱਖਾਂ ਨੇ ਫਿਰ ਬੇਨਤੀ ਕੀਤੀ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਭਾਈ, ਵਾਹਿਗੁਰੂ ਦੇ ਹੁਕਮ ਵਿੱਚ ਰਹੋ, ਵਾਹਿਗੁਰੂ ਭਲੀ ਕਰੇਗਾ, ਆਪਾਂ ਝਗੜਾ ਨਹੀਂ ਕਰਨਾ। ਤਾਂ ਮਹਾਰਾਜ ਜੀ ਨੇ ਪਿੱਤਲ ਦੀਆਂ ਗਾਗਰਾਂ ਲੈ ਦਿੱਤੀਆਂ ਵੀ ਇਹਦੇ ਵਿੱਚ ਜਲ ਲਿਆ ਕਰੋ। ਤਾਂ ਉਹ ਫਿਰ ਵੀ ਨਾ ਹਟੇ, ਫਿਰ ਰੋੜੇ ਚੁੱਕ ਕੇ ਮਾਰਿਆ ਕਰਨ, ਤੰਗ ਕਰਿਆ ਕਰਨ ਸਿੱਖਾਂ ਨੂੰ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਭਾਈ, ਵਾਹਿਗੁਰੂ ਦੇ ਹੁਕਮ ਦੇ ਵਿੱਚ ਰਹੋ। ਇਹ ਨੌਜਵਾਨ ਸਿੱਖਾਂ ਦੇ ਮੁੰਡੇ ਮਛਰੇ ਹੋਏ, ਇਸ ਤਰ੍ਹਾਂ ਸੰਗਤਾਂ ਨੂੰ, ਸਿੱਖਾਂ ਨੂੰ ਤੰਗ ਕਰਦੇ। ਇੱਕ ਦਿਨ ਇੱਕ ਬੈਰਾਗੀਆਂ ਦੀ, ਮਹਾਂਪੁਰਸ਼ਾਂ ਦੀ ਜਮਾਤ ਉਹ ਆ ਗਏ ਬਾਹਰ ਨਗਰ ਦੇ, ਡੇਰਾ ਕੀਤਾ ਉਹਨਾਂ ਨੇ। ਉਹ ਸ਼ਸਤਰਧਾਰੀ ਸਨ। ਇਹਨਾਂ ਨੌਜਵਾਨ ਬੱਚਿਆਂ ਨੇ, ਮੁੰਡਿਆਂ ਨੇ ਉਹਨਾਂ ਨਾਲ ਵੀ ਜਾ ਕੇ ਉਸੇ ਤਰ੍ਹਾਂ ਜਦੋਂ ਵਿਹਾਰ ਕੀਤਾ, ਝਗੜਾ ਵੱਧ ਗਿਆ ਤੇ ਉਹਨਾਂ ਨੇ ਫਿਰ ਕਈ ਇਹਨਾਂ ਦੇ ਬੰਦੇ ਮਾਰ ਦਿੱਤੇ, ਮੁੰਡੇ ਮਾਰ ਦਿੱਤੇ ਕਈ। ਫਿਰ ਵੀ ਇਹਨਾਂ ਨੂੰ ਹੋਸ਼ ਨਹੀਂ ਆਈ। ਹੰਕਾਰ ਦੇ ਵਿੱਚ ਇਸੇ ਤਰ੍ਹਾਂ ਹੀ ਸੰਗਤਾਂ ਨਾਲ ਵਿਚਰਦੇ ਰਹੇ। ਉਹ ਬੈਰਾਗੀ ਤਾਂ ਉੱਥੋਂ ਚਲੇ ਗਏ। ਸਮਾਂ ਆਇਆ 5-6 ਮਹੀਨਿਆਂ ਬਾਅਦ ਇੱਥੋਂ ਮੁਗਲ ਹਕੂਮਤ ਦਾ ਖਜ਼ਾਨਾ ਲੱਦ ਕੇ ਫੌਜਾਂ ਦੀ ਇੱਕ ਟੁਕੜੀ ਜਾ ਰਹੇ ਸੀ। ਇੱਥੇ ਉਹਨਾਂ ਨੇ ਡੇਰਾ ਕੀਤਾ ਨਗਰ ਦੇ ਬਾਹਰ। ਰਾਤ ਨੂੰ
ਤੇ ਉਸ ਸਮੇਂ ਇਹਨਾਂ ਨੇ ਮੁਗਲਾਂ ਦੇ ਜਿਹੜੇ ਸ਼ੇਖਾਂ ਦੇ ਮੁੰਡੇ ਇੱਕ ਸ਼ਰਾਰਤ ਕੀਤੀ। ਇੱਕ ਖੱਚਰ ਤਾਜੇ ਦੇ ਧਨ ਬਹੁਤ ਸਾਰਾ ਲੱਦਿਆ ਸੀ, ਇਹਨਾਂ ਨੇ ਰਾਤ ਨੂੰ ਚੋਰੀ ਕਰ ਲਈ ਤੇ ਉਹਨੂੰ ਆਪਣੇ ਘਰ ਅੰਦਰ ਲੈ ਗਏ, ਧਨ ਵੰਡ ਲਿਆ, ਖੱਚਰ ਅੰਦਰ ਬੰਨ੍ਹ ਛੱਡੀ। ਜਦੋਂ ਸਿਪਾਹੀ ਸਵੇਰੇ ਉੱਠੇ ਵੇਖਿਆ ਵੀ ਇੱਕ ਖੱਚਰ ਧਨ ਦੇ ਵਿੱਚ ਜੋ ਲੱਦੀ ਹੋਈ ਸੀ ਗਾਇਬ ਹੈ। ਖੋਜ ਪੜਤਾਲ ਕੀਤੀ ਤਾਂ ਉਹ ਇਹਨਾਂ ਸਿੱਖਾਂ ਦੇ ਘਰ ਵਿੱਚੋਂ ਨਿਕਲੀ। ਫਿਰ ਉਹਨਾਂ ਨੂੰ ਬਹੁਤ ਸਾਰੀ ਸਜ਼ਾਵਾਂ ਜਿਹੜੀਆਂ ਉਸ ਫੌਜ ਨੇ ਵੀ ਦੇਣਾ ਕੀਤੀਆਂ। ਜਦੋਂ ਇਹ ਗੱਲ ਹੋ ਰਹੀ ਸੀ ਨਾ, ਸਿੱਖਾਂ ਨੂੰ ਇਹ ਤੰਗ ਕਰ ਰਹੇ ਸੀ ਪਾਣੀ ਲਿਆਉਂਦਿਆਂ। ਇਹਨਾਂ ਦਾ ਜਿਹੜਾ ਵੱਡਾ ਬਜ਼ੁਰਗ ਸੀ ਮਹਾਰਾਜ ਨੇ ਉਹਨੂੰ ਸੱਦਿਆ ਤੇ ਉਹਨੂੰ ਸਮਝਾਉਣਾ ਕੀਤਾ, ਸ਼ੇਖ ਜੀ ਤੁਹਾਡੇ ਬੱਚੇ ਸੰਗਤਾਂ ਨਾਲ ਸਿੱਖਾਂ ਨਾਲ ਇਸ ਤਰ੍ਹਾਂ ਵਧੀਕੀਆਂ ਕਰਦੇ ਨੇ, ਗੱਲ ਚੰਗੀ ਨਹੀਂ। ਪਰ ਉਹ ਸਮਝੇ ਨਹੀਂ। ਫਿਰ ਜਦੋਂ ਇਹ ਦੋ ਵਾਕਿਆਤ ਹੋਏ, ਫਿਰ ਜਦੋਂ ਮੂੰਹ ਦੀ ਮਾਰ ਪਈ, ਫਿਰ ਜਾ ਕੇ ਉਹਨਾਂ ਨੂੰ ਸਮਝ ਆਈ। ਤੋ ਇਸ ਕਰਕੇ ਭਾਵੇਂ ਇਹ ਸ਼ਬਦ ਪਰਥਾਏ, ਪਰ ਇਹਦੇ ਵਿੱਚ ਸਾਨੂੰ ਸਾਰਿਆਂ ਨੂੰ ਉਪਦੇਸ਼ ਹੈ। ਜਦੋਂ ਮਨੁੱਖ ਦੇ ਕੋਲ ਕਿਸੇ ਤਰ੍ਹਾਂ ਦਾ ਬਲ ਹੁੰਦਾ ਹੈ, ਉਹ ਹੰਕਾਰ ਕਰਦਾ ਹੈ। ਆਪਾਂ ਵੇਖਦੇ ਹਾਂ ਉਹ ਗੁਰੂ ਘਰ ਨਾਲ ਆਡਾ ਲਾ ਲੈਂਦਾ, ਮੱਥਾ ਲਾ ਲੈਂਦਾ ਹੈ। ਕਈ ਗੱਲਾਂ ਹੁੰਦੀਆਂ ਨੇ ਮਨੁੱਖ ਦੇ ਅੰਦਰ ਜਦੋਂ ਹੰਕਾਰ ਆ ਜਾਂਦਾ ਹੈ। ਤੋ ਮਹਾਰਾਜ ਕਹਿੰਦੇ ਭਾਈ ਜੇ ਤੂੰ ਚਾਹੁੰਦਾ ਹੈ ਰੱਬ ਦੇ ਘਰ ਵਿੱਚ ਪ੍ਰਵਾਨ ਹੋਣਾ, ਤਾਂ ਆਪਣਾ ਇਹ ਦੁਨਿਆਵੀ ਹੰਕਾਰ, ਦੁਨਿਆਰੀ ਧਨ ਸੰਪਦਾ ਦੀ ਹੋਮੈ ਨੂੰ ਛੱਡ ਕੇ ਗੁਰੂ ਦੀ ਹੁਕਮ ਵਿੱਚ ਆ ਕੇ ਭਗਤੀ ਕਰ, ਨਾਮ ਜਪ, ਤਾਂ ਜੋ ਇਹ ਜੀਵਨ ਸਫਲ ਹੋ ਜਾਵੇ। ਮਹਾਰਾਜ ਫਰਮਾਨ ਕੀਤਾ, ਸੇਖਾ ਅੰਦਰੋਂ ਜੋਰ ਛੱਡ, ਤੂੰ ਭੋ ਕਰ ਝੱਲ ਗਵਾਏ। ਹੇ ਸੇਖਾ, ਅੰਦਰੋਂ ਜਿਹੜਾ ਜ਼ੋਰ ਹੈ ਹੋਮੈ ਦਾ ਉਹ ਛੱਡ ਦੇ ਔਰ ਗੁਰੂ ਦੇ ਭੈ ਵਿੱਚ ਆ, ਰੱਬ ਦੇ ਭੈ ਵਿੱਚ ਆ। ਝੱਲ ਗਵਾਏ, ਇਹ ਜਿਹੜਾ ਤੈਨੂੰ ਮਾਇਆ ਦਾ ਝੱਲ ਚੜਿਆ ਹੋਇਆ ਹੈ, ਮਾਇਆ ਦਾ ਨਸ਼ਾ ਚੜਿਆ ਹੋਇਆ, ਜਿਹਦੇ ਕਰਕੇ ਝੱਲ ਦੇ ਪੁਣੇ ਦੇ ਕਰਮ ਕਰਦਾ, ਇਹ ਛੱਡ ਦੇ, ਇਹਨੂੰ ਗਵਾ ਦੇ। ਮਾਇਆ ਦੇ ਝੱਲ ਵਿੱਚ ਝੱਲਾ ਨਾ ਹੋਇਆ ਫਿਰ ਐਵੇਂ। ਗੁਰ ਕੈ ਭੈ ਕੇਤੇ ਨਿਸਤਰੇ, ਭੈ ਵਿੱਚ ਨਿਰਭਉ ਪਾਏ। ਗੁਰੂ ਦੇ ਭੈ ਵਿੱਚ ਬੜਿਆਂ ਦਾ ਭਲਾ ਹੋਇਆ ਹੈ। ਜਿਹੜਾ ਵੀ ਗੁਰੂ ਦੇ ਭੈ ਵਿੱਚ ਆਇਆ ਹੈ ਉਹਦਾ ਭਲਾ ਹੋਇਆ ਹੈ। ਭੈ ਵਿੱਚ ਰਹਿੰਦਿਆਂ ਹੀ ਨਿਰਭਉ ਵਾਹਿਗੁਰੂ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਮਨ ਕਠੋਰ ਸ਼ਬਦ ਭੇਦ ਤੂੰ, ਸ਼ਾਂਤ ਵਸੈ ਮਨ ਆਏ। ਇਹ ਮਨੁੱਖ ਮਨ ਬੜਾ ਕਠੋਰ ਹੈ, ਇਹਨੂੰ ਸ਼ਬਦ ਨਾਲ ਵਿੰਨਣਾ ਕਰ, ਸ਼ਬਦ ਦੇ ਨਾਲ ਇਹਨੂੰ ਫੁੰਡਣਾ ਕਰ। ਸ਼ਾਂਤ ਵਸੈ ਮਨ ਆਏ, ਸ਼ਾਂਤੀ ਮਨ ਵਿੱਚ ਆ ਕੇ ਵਸ ਜਾਵੇਗੀ। ਜਦੋਂ ਤੱਕ ਮਨ ਦਾ ਹੰਕਾਰ ਕਠੋਰਪਣ ਦੂਰ ਨਹੀਂ ਹੁੰਦਾ, ਇਹਨੂੰ ਸ਼ਾਂਤੀ ਨਹੀਂ ਆਵੇਗੀ। ਗੁਰ ਕੈ ਵਾਹਿਗੁਰੂ ਸ਼ਾਂਤੀ ਵਿਚਕਾਰ ਕਮਾਵਣੀ, ਸਾ ਖਸਮ ਪਾਏ ਥਾਏ। ਤੇ ਸ਼ਾਂਤ ਸੁਭਾਅ ਵਿੱਚ ਜਦੋਂ ਮਨੁੱਖ ਗੁਰੂ ਦੀ ਸੇਵਾ ਕਰਦਾ ਹੈ, ਰੱਬ ਦੀ ਭਗਤੀ ਕਰਦਾ ਹੈ, ਉਹ ਵਾਹਿਗੁਰੂ ਥਾਂ ਪਾ ਦਿੰਦਾ, ਉਹ ਲੇਖੇ ਵਿੱਚ ਲੱਗ ਜਾਂਦੀ ਹੈ। ਨਾਨਕ ਕਾਮ ਕ੍ਰੋਧ ਕਿਨੈ ਨਾ ਪਾਇਓ, ਪੁੱਛੋ ਗਿਆਨੀ ਜਾਏ। ਮਹਾਰਾਜ ਕਹਿੰਦੇ ਭਾਈ ਜੇ ਤੈਨੂੰ ਪ੍ਰਤੀਤ ਨਹੀਂ ਹੈ, ਜਿਹੜੇ ਆਤਮਿਕ ਗਿਆਨੀ ਨੇ ਮਨੁੱਖ, ਰੱਬ ਦੀ ਭਗਤੀ ਕਰਨ ਵਾਲੇ ਕਿਸੇ ਵੀ ਧਰਮ ਵਿੱਚ ਹੋਣ, ਜਦੋਂ ਤੁਸੀਂ ਕਿਸੇ ਵੀ ਮਹਾਂਪੁਰਖ ਨੂੰ ਮਿਲੋਗੇ ਨਾ, ਉਹ ਰੱਬ ਦੀ ਭਗਤੀ ਵਿੱਚ ਜਿਹੜਾ ਜੁੜਿਆ ਹੋਇਆ ਹੈ, ਕਿਸੇ ਵੀ ਧਰਮ ਵਿੱਚ ਹੋਵੇ, ਉਹ ਤੁਹਾਨੂੰ ਤੱਤ ਦੀ ਗੱਲ ਹੀ ਦੱਸੇਗਾ। ਸੋ ਸਿਆਣਿਆਂ ਇੱਕੋ ਮਤ, ਮੂਰਖ ਆਪੋ ਆਪਣੀ। 100 ਤਰ੍ਹਾਂ ਦੇ ਸਿਆਣੇ ਲੋਕ ਇਕੱਠੇ ਕਰ ਲਓ, ਵੱਖੋ ਵੱਖਰੇ ਧਰਮਾਂ ਵਿੱਚੋਂ, ਜਾਤਾਂ ਵਿੱਚੋਂ, ਨਸਲਾਂ ਵਿੱਚੋਂ, ਉਹ ਚੰਗੇ ਕੰਮ ਦੀ ਇੱਕੋ ਸਲਾਹ ਦੇਣਗੇ। ਉਹ ਚਾਰੇ ਇੱਕੋ ਕੰਮ 'ਤੇ ਸਹਿਮਤ ਹੋ ਜਾਣਗੇ, ਹਾਂ ਵੀ ਇਹ ਗੱਲ ਇੱਦਾਂ ਠੀਕ ਹੈ। ਪਰ ਮੂਰਖ ਉਹ 10 ਬੰਦੇ ਵੀ ਇਕੱਠੇ ਨਹੀਂ ਬਹਿ ਸਕਦੇ। ਮੂਰਖ ਆਪੋ ਆਪਣੀ ਚਲਾਉਂਦੇ ਨੇ, ਮੈਂ ਆ ਮੈਂ ਆ। ਮੂਰਖ ਕਿਸੇ ਗੱਲ ਨਾਲ ਸਹਿਮਤ ਨਹੀਂ ਹੁੰਦਾ, ਕਿਸੇ ਦੀ ਗੱਲ ਨਾਲ ਸਹਿਮਤ ਨਹੀਂ ਹੁੰਦਾ। ਸਿਆਣੇ ਮਨੁੱਖ ਉਹ ਸਾਰੇ ਚੰਗੀ ਗੱਲ ਨਾਲ ਸਹਿਮਤ ਹੋ ਜਾਂਦੇ ਨੇ।
इस करके महाराज कहते किसी भी ज्ञानी पुरुष कोलों, आत्म ज्ञानी कोलों पुछ के वेख लवो, वो भी ये गल आखेगा भी काम क्रोध हंकार करन वाला जीव वो रब नूं नहीं पा सकता, जिहड़ा इन्हां दे विच ही गलतान होया पिया है। महला तीजा। गुरु अमरदास महाराज फरमान कर रहे ने, मन मुख माया मोह है, नाम न लगो प्यार। मन मुख दा माया नाल मोह है, इस करके नाम नाल उहदा प्यार नहीं पैंदा, क्योंकि उहदे चिंतन विच हर समय माया चल रही हुंदी है, पदार्थ चल रहा हुंदा है, उहदी खिच उस चीज़ नाल ही बनी हुंदी है। इस करके नाम जपण विच उहनूं स्वाद नहीं आउंदा। कूड़ कमावै कूड़ संग्रह, कूड़ करे आहार। वो जो कुछ कमांदा है कूड़, कूड़ भाव उत्थों ही शब्द बनिया कूड़ा, कूड़े का पता है ना आपां नूं। महाराज कहंदे गुरु की मत तो बिना, बंदगी तो बिना मनुख जिन्ना कुछ कर रहा है वो कूड़ ही इकट्ठा कर रहा है, कूड़ा ही इकट्ठा कर रहा है। कोई मनुख अपने घर विच पंडा बन बन के कूड़ा लियावे, उन्होंने कोई चंगा आखेगा? मनुख अपने जीवन दे विच कूड़ा इकट्ठा कर रहा है, कूड़ ही कमांदा है, कूड़ नूं ही इकट्ठा करता है। कूड़ करे आहार, ते जिन्ना भी आहार आदि खांदा पींदा है ये भी कूड़ा ही खा रहा है। रूहानीयत की अख नाल वेखिया जावे ते महाराज कहंदे मनुख जेकर बंदगी तो बिना जीव रहा है, बंदगी तो बिना खा रहा है, पा रहा है, महाराज कहंदे वो सारा त्रिगकार है, कूड़ा है। बिख माया धन संच मरे, अंते होए सब सार। माया रूपी विख दे धन नूं इकट्ठा कर करके जीव मर जाता है, अंते होए सब सार। अंत नूं वो सारा कुछ स्वाह हो जाता है, भाव जीव दे किसे काम नहीं आउंदा। जदों जीव इत्थों रुखसत हुंदा है, जिन्ना भी धन कमाया वो सारा स्वाह रूप हो गया, किसे काम ना रहा। कर्म धर्म सुच संजम करे, अंतर लोभ विकार। ते महाराज कहंदे कई जीव बाहरों कर्म धर्म सुच संजम ये बड़ा करते ने, पर अंदर उन्हां दे वो चीज़ नहीं हुंदी। अंदर लोभ ते विकारां नाल भरिया हुंदा है। जिन्हों बाबा फरीद जी ने इस तरह आख्या, फरीदा कन्न मुसला सूफ गल, दिल काती गुड़वात, बाहर दिसे चानना दिल अंधियारी रात। कहते बाहरों तो बड़ा धर्म का लिबास पाया होया है, पर अंदर जिहड़ा है कूड़ ही भरिया होया है। नानक मन मुख जे कमावै, सो थाए न पवै, दरगह होए खुआर। मनमुख जिन्ने मर्जी धर्म के कर्म कर लवे, जो मर्जी कर लवे, वो थां नहीं पैंदे, क्योंकि गुरु की मत तो बिना उन्हें वो नहीं कीते। गुरु की मत तो बिना चलिया है। तो महाराज कहंदे वाहिगुरु की दरगाह विच जाके भी वो जीव खुआर हुंदा है। पौड़ी आपे खाणी आपे बाणी, आपे खंडवर भंड करे। पौड़ी वाला शब्द गुरु रामदास महाराज जी का है। ਅਸੀਂ उस अकाल पुरख वाहिगुरु नाल जुड़ना है। सारी मनुखता ने, जिस वाहिगुरु ने ये सारा कुछ बनाया है, आपे खाणी आपे बाणी। खाणी का भाव इत्थे वो चार खाणियां जिन्हां नाल कहंदे संसार की उत्पत्ति हुंदी है। अंडज जेरज सेतज उत्पुज, तेरे कीए जनता। आंडियां तो पैदा जीव हुंदे ने, जेर तो पैदा हुंदे ने, ते पसीने तो पैदा हुंदे ने। अंडज जेरज सेतज उत्पज, जिन्नी वनस्पति ये उत्पुज खानी है। जिन्ने भी फल घाह आदि जो कुछ भी है ये उत्पुज है। भाव जिहदियां शाखावां उपर नूं हन। आपे बाणी, चार प्रकार की बाणी हर एक शरीर दे विच काम कर रही है। चार तरह का साउंड साडे अंदर काम कर रहा है, उन्हों बाणी आखिया गया है। बैखरी है,
मध्यमा है, पसंती है और परा है। ये चार बाणियाँ ਜਿਹੜੇ ਆਪਾਂ ਬੋਲਦੇ ਹਾਂ ਨਾ ਅੱਖਰ, ਇਹਨੂੰ ਬਾਣੀ ਆਖਿਆ ਗਿਆ। ਇਹ ਬੈਖਰੀ ਬਾਣੀ ਵਿੱਚ ਆਉਂਦੀ ਹੈ। ਜਿਹੜੇ ਆਪਾਂ ਅੱਖਰ ਕੋਈ ਕੁਝ ਵੀ ਬੋਲੀਏ ਇਹਨੂੰ ਬੈਖਰੀ ਬਾਣੀ ਕਿਹਾ ਗਿਆ ਹੈ। ਇਸ ਤੋਂ ਅੱਗੇ ਹੈ ਮੱਧਮਾ ਜੋ ਕੰਠ ਵਿੱਚ ਹੈ, ਪਸੰਤੀ ਜੋ ਸਾਡੇ ਸੀਨੇ ਵਿੱਚ ਹੈ, ਔਰ ਜਿਹੜੀ ਪਰਾ ਹੈ ਸਾਡੀ ਨਾਭੀ ਦੇ ਵਿੱਚ ਹੈ। ਮਹਾਰਾਜ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਨੇ ਖਾਣੀਆਂ ਚਾਰ ਤਰ੍ਹਾਂ ਦੀਆਂ ਬਣਾਉਣ ਵਾਲਾ ਵੀ ਉਹ ਆਪ ਹੈ। ਚਾਰ ਪ੍ਰਕਾਰ ਦੀ ਜਿਹੜੀ ਬਾਣੀ ਹੈ ਉਹ ਵੀ ਉਹ ਆਪ ਹੈ। ਆਪੇ ਖੰਡ ਬਰਭੰਡ ਕਰੇ, ਆਪੇ ਖੰਡ ਮੈਨੇ ਇੱਕ ਹਿੱਸਾ ਬਰਭੰਡ, ਜਿਹਦੇ ਵਿੱਚ ਬਹੁਤ ਸਾਰਾ ਬ੍ਰਹਿਮੰਡ ਇੱਕ ਆ ਜਾਂਦਾ ਹੈ। ਇਹ ਜਿਹੜੀ ਧਰਤੀ ਹੈ 9 ਖੰਡ ਮੰਨੀ ਗਈ ਹੈ, 9 ਹਿੱਸੇ ਮੰਨੇ ਗਏ ਨੇ। ਸਭ ਤਰ੍ਹਾਂ ਦੇ ਇਹ ਸਾਜਣਾ ਕਰਨ ਵਾਲਾ ਜਿੰਨੇ ਵੀ ਖੰਡ ਨੇ ਬ੍ਰਹਿਮੰਡ ਨੇ, ਕੋਈ ਇੱਕ ਤਾਂ ਹੈ ਨਹੀਂ। ਇਹ ਵਾਹਿਗੁਰੂ ਨੇ ਆਪ ਹੀ ਬਣਾਏ ਨੇ। ਆਪ ਸਮੁੰਦ ਆਪ ਹੈ ਸਾਗਰ, ਆਪੇ ਹੀ ਵਿੱਚ ਰਤਨ ਧਰੇ। ਸਮੁੰਦਰ ਬਣਾਇਆ ਆਪ ਹੀ, ਸਮੁੰਦਰ ਰੂਪ ਵੀ ਆਪ ਹੈ, ਸਾਰਾ ਕੁਝ ਆਪ ਹੀ ਹੈ। ਆਪ ਹੈ ਸਾਗਰ, ਸਾਗਰ ਵੀ ਭਾਵ ਸਮੁੰਦਰ ਉਹ ਵਾਹਿਗੁਰੂ ਆਪ ਹੀ ਹੈ। ਆਪੇ ਹੀ ਵਿੱਚ ਰਤਨ ਧਰੇ, ਆਪ ਹੀ ਵਾਹਿਗੁਰੂ ਨੇ ਵਿੱਚ ਰਤਨ ਧਰੇ ਨੇ। ਇਹ ਸਾਡਾ ਸਰੀਰ ਵੀ ਇੱਕ ਸਮੁੰਦਰ ਹੈ, ਇਹਦੇ ਵਿੱਚ ਵੀ ਬੜੇ ਕੀਮਤੀ ਰਤਨ ਹਨ, ਪਰ ਉਹਨਾਂ ਨੂੰ ਖੋਜਣਾ ਪਵੇਗਾ। ਕੀਮਤੀ ਰਤਨ ਮੈਨੇ ਗਿਆਨ। ਜਿਵੇਂ ਇਸ ਸਰੀਰ ਵਿੱਚ ਇੱਕ ਡਾਕਟਰ ਵੀ ਛੁਪਿਆ ਹੈ, ਇੱਕ ਇੰਜੀਨੀਅਰ ਵੀ ਛੁਪਿਆ, ਇੱਕ ਲਾਇਰ ਵੀ ਛੁਪਿਆ ਹੈ। ਉਹ ਕੀਮਤੀ ਰਤਨ, ਗਿਆਨ ਦੇ ਰਤਨ ਜਿਹੜੇ ਨੇ ਇਹ ਸਰੀਰ ਦੇ ਵਿੱਚ ਪਏ ਹੋਏ ਨੇ। ਕੋਈ ਕਿੰਨਾ ਵਧੀਆ ਸੰਗੀਤਕਾਰ ਹੁੰਦਾ ਹੈ, ਕਿੰਨੇ ਤਰ੍ਹਾਂ ਦੀ ਕਲਾ, ਕੋਈ ਅੰਤ ਨਹੀਂ। ਇਹ ਸਾਰੇ ਕੀਮਤੀ ਰਤਨ ਸਰੀਰ ਵਿੱਚ ਛੁਪੇ ਹੋਏ ਨੇ। ਉਹਨਾਂ ਨੂੰ ਪ੍ਰਗਟ ਕਰਨ ਵਾਸਤੇ ਸਾਧਨਾ ਕਰਨੀ ਪੈਂਦੀ ਹੈ। ਕੋਈ ਸੰਗੀਤਕਾਰ ਐਵੇਂ ਨਹੀਂ ਬਣ ਜਾਂਦਾ, ਕੋਈ ਚਿੱਤਰ ਕਲਾ ਵਾਲਾ ਐਵੇਂ ਨਹੀਂ ਬਣ ਜਾਂਦਾ। ਕੋਈ ਪਹਿਲਵਾਨ ਬਣਿਆ ਹੈ ਉਹ ਵੀ ਤਾਂ ਇਹ ਸਰੀਰ ਦੇ ਵਿੱਚ ਹੀ ਕਲਾ ਹੈ। ਕੋਈ ਬੜਾ ਵਧੀਆ ਕਵੀ ਹੈ। ਇਹ ਸਾਰੇ ਕੀਮਤੀ ਰਤਨ, ਗਿਆਨ ਰੂਪੀ ਰਤਨ ਇਹ ਸਰੀਰ ਦੇ ਵਿੱਚ ਛੁਪੇ ਹੋਏ ਨੇ। ਤੇ ਉਹ ਆਪ ਹੀ ਸਾਰਾ ਕੁਝ ਹੈ। ਵਾਹਿਗੁਰੂ ਨਿਰੰਕਾਰ ਆਪ ਲਹਾਏ ਕਰੇ, ਜਿਸ ਕਿਰਪਾ ਜਨੋ ਗੁਰਮੁਖ ਕਰੇ ਹਰੇ। ਆਪ ਹੀ ਵਾਹਿਗੁਰੂ ਸੋਝੀ ਦੇ ਕੇ, ਬਲ ਦੇ ਕੇ ਇਸ ਸਰੀਰ ਵਿੱਚੋਂ ਕੀਮਤੀ ਰਤਨਾਂ ਨੂੰ ਲਵਾ ਦਿੰਦਾ ਹੈ। ਜਿਹਦੇ ਤੇ ਕਿਰਪਾ ਕਰ ਦਿੰਦਾ ਹੈ ਉਹਨੂੰ ਗੁਰਮੁਖ ਬਣਾ ਦਿੰਦਾ ਹੈ। ਇਸ ਕਰਕੇ ਉਸ ਵਾਹਿਗੁਰੂ ਦੇ ਭੈ ਵਿੱਚ ਚੱਲੀਏ, ਕਿਉਂਕਿ ਉਹਨੇ ਕੋਈ ਪਤਾ ਨਹੀਂ ਕਿਹਦੇ ਤੇ ਕਿਰਪਾ ਕਰ ਦੇਣੀ ਹੈ। ਕਈ ਵਾਰ ਦਾਅਵਾ ਕਰਨ ਵਾਲੇ ਪਿੱਛੇ ਰਹਿ ਜਾਂਦੇ ਨੇ, ਔਰ ਜਿਹੜਾ ਦਾਅਵਾ ਨਹੀਂ ਕਰਦਾ, ਜਿਹਦੇ ਬਾਰੇ ਕਦੇ ਸੋਚਿਆ ਵੀ ਨਹੀਂ ਹੁੰਦਾ, ਵਾਹਿਗੁਰੂ ਉਹਨੂੰ ਵਡਿਆਈਆਂ ਦੇ ਦਿੰਦਾ ਹੈ। ਐਸਾ ਉਹ ਵਾਹਿਗੁਰੂ ਨਿਰੰਕਾਰ ਹੈ। ਆਪੇ ਭੋਜਲ ਆਪ ਹੈ ਬੋਇਤਾ, ਆਪੇ ਖੇਵਟ ਆਪ ਤਰੇ। ਆਪ ਹੀ ਭੋਜਲ ਹੈ, ਬੋਹਿਤਾ ਮੈਨੇ ਜਹਾਜ਼ ਵੀ ਆਪ ਹੈ, ਖੇਵਟ ਮੈਨੇ ਮਲਾ, ਔਰ ਵਿੱਚ ਬੈਠਣ ਵਾਲਾ ਸਵਾਰੀ ਵੀ ਆਪ ਹੀ ਹੈ। ਇਹ ਸੰਸਾਰ ਰੂਪੀ ਭੋਜਲ ਵੀ ਆਪ ਹੈ। ਗੁਰੂ ਰੂਪੀ ਜਹਾਜ਼, ਸ਼ਬਦ ਰੂਪੀ ਜਹਾਜ਼ ਵੀ ਆਪ ਹੈ। ਖੇਵਟ ਮਲਾ, ਗੁਰੂ ਰੂਪੀ ਮਲਾ ਵੀ ਆਪ ਹੈ। ਔਰ ਤਰਨ ਵਾਲਾ ਜੀਵ ਵੀ ਉਹ ਆਪ ਹੀ ਹੈ। ਸਾਰੇ ਰੂਪਾਂ ਵਿੱਚ ਵਾਹਿਗੁਰੂ ਆਪ ਹੀ ਹੈ। ਆਪੇ ਕਰੇ ਕਰਾਏ ਕਰਤਾ, ਅਵਰ ਨਾ ਦੂਜਾ ਤੁਝੈ ਸਰੇ। ਆਪ ਹੀ ਵਾਹਿਗੁਰੂ ਸਾਰਾ ਕੁਝ ਕਰਨ ਵਾਲਾ ਹੈ ਤੇ ਆਪ ਹੀ ਜੀਵਾਂ ਕੋਲੋਂ ਕਰਾਉਣ ਵਾਲਾ ਹੈ, ਕਰਤਾ ਹੈ। ਹੋਰ ਕੋਈ ਦੂਜਾ ਨਹੀਂ ਹੈ। ਸਾਰਾ ਕੁਝ, ਸਾਰੇ ਪਾਸੇ ਸਾਰੇ ਕੰਮਾਂ ਨੂੰ ਸਾਰਨ ਵਾਲਾ, ਕਰਨ ਵਾਲਾ ਆਪ ਹੀ ਹੈ। ਸਾਰੇ ਸਿਰਿਆਂ ਦਾ, ਦੋਹਾਂ ਸਿਰਿਆਂ ਕਾ ਆਪ ਸੁਆਮੀ, ਖੇਲੇ ਵਿਕਸੈ ਅੰਤਰਜਾਮੀ। ਸਾਰੇ ਪਾਸੇ ਉਹ ਆਪ ਹੀ ਵਰਤ ਰਿਹਾ ਹੈ। ਸ਼ਲੋਕ ਮਹਲਾ ਤੀਜਾ। ਸਤਿਗੁਰੂ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਇਸ ਕਰਕੇ ਭਾਈ ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦੇ ਹੁਕਮ ਮੰਨਣ ਦੀ ਸੇਵਾ ਕਰੋ। ਇਹਦੇ ਵਿੱਚ ਜੀਵ ਸਾਰਾ ਕੁਝ ਮਿਲ ਜਾਂਦਾ ਹੈ, ਬਸ ਸ਼ਰਤ ਹੈ ਚਿੱਤ ਲਾ ਕੇ ਗੁਰੂ ਦੇ ਹੁਕਮ ਨੂੰ ਮੰਨੇ, ਸੇਵਾ ਕਰੇ।
ਨਾਮ ਪਦਾਰਥ ਮਨ ਵਸੈ, ਅਚਿੰਤ ਵਸੈ ਮਨ ਆਏ। ਗੁਰੂ ਦੀ ਜਦੋਂ ਹੁਕਮ ਮੰਨਣ ਦੀ ਸੇਵਾ ਆਪਾਂ ਕਰਾਂਗੇ, ਨਾਮ ਦਾ ਪਦਾਰਥ ਮਿਲ ਜਾਂਦਾ ਹੈ। ਅਚਿੰਤ ਵਸੈ ਮਨ ਆਏ, ਉਹ ਅਚਿੰਤ ਵਾਹਿਗੁਰੂ ਪਰਮਾਤਮਾ ਸਾਡੇ ਮਨ ਦੇ ਵਿੱਚ ਆ ਕੇ ਵਸ ਜਾਂਦਾ ਹੈ। ਵਾ ਨਾਮ ਪਦਾਰਥ ਸਾਡੇ ਮਨ ਵਿੱਚ ਆ ਕੇ ਵਸ ਜਾਂਦਾ ਹੈ। ਪਤਾ ਵੀ ਨਹੀਂ ਲੱਗਦਾ ਜੀਵ ਨੂੰ ਕਦੋਂ ਨਾਮ ਮਨ ਵਿੱਚ ਵਸ ਗਿਆ। ਸੇਵਾ ਕਰਦਿਆਂ ਕਰਦਿਆਂ ਜਨਮ ਮਰਨ ਦੁੱਖ ਕਟਿਐ, ਹੋਮੈ ਮਮਤਾ ਜਾਏ। ਜੰਮਣ ਮਰਨ ਦਾ ਦੁੱਖ ਕਟਿਆ ਗਿਆ, ਹੋਮੈ ਤੇ ਸੰਸਾਰ ਦੀ ਮਮਤਾ ਵੀ ਚਲੀ ਗਈ। ਉੱਤਮ ਪਦਵੀ ਪਾਈ ਹੈ, ਸੱਚੇ ਰਹਿ ਸਮਾਏ। ਉੱਤਮ ਪਦਵੀ ਮਿਲ ਗਈ ਗੁਰਮੁਖਾਂ ਵਾਲੀ। ਜੀਵ ਵਾਹਿਗੁਰੂ ਵੀ ਸਮਾ ਜਾਂਦਾ ਹੈ। ਨਾਨਕ ਪੂਰਵ ਜਿਨ ਕੋ ਲਿਖਿਆ, ਤਿਨਾ ਸਤਿਗੁਰ ਮਿਲਿਆ ਆਏ। ਮਹਾਰਾਜ ਕਹਿੰਦੇ ਜਿਨ੍ਹਾਂ ਦੇ ਪੂਰਵਲੇ ਮਸਤਕ ਦੇ ਚੰਗੇ ਲੇਖ, ਉਹਨਾਂ ਨੂੰ ਸਤਿਗੁਰੂ ਮਿਲਿਆ ਹੈ। ਮਹੱਲਾ ਤੀਜਾ। ਨਾਮ ਰਤਾ ਸਤਿਗੁਰੂ ਹੈ, ਕਲਯੁਗ ਮੋਹਿਤ ਹੋਏ। ਸਤਿਗੁਰੂ ਜੋ ਹੈ ਨਾਮ ਦੇ ਵਿੱਚ ਰਤਾ ਹੋਇਆ ਹੈ, ਕਲਯੁਗ ਮੋਹਿਤ ਹੋਏ। ਕਲਯੁਗ ਦੇ ਵਿੱਚ ਭਾਵ ਜੋ ਵਿਸ਼ੇ ਵਿਕਾਰਾਂ ਦਾ ਹੈ, ਇਹਦੇ ਵਿੱਚੋਂ ਸਤਿਗੁਰੂ ਸਾਨੂੰ ਜਹਾਜ਼ ਦੀ ਤਰ੍ਹਾਂ ਤਾਰਨ ਵਾਲੇ ਹਨ। ਗੁਰਮੁਖ ਹੋਵੇ ਸੋ ਪਾਰ ਪਵੈ, ਜਿਨ੍ਹਾਂ ਅੰਦਰ ਸੱਚਾ ਸੋਏ। ਜਿਹੜਾ ਗੁਰਮੁਖ ਬਣ ਜਾਂਦਾ ਹੈ ਉਹ ਪਾਰ ਹੋ ਜਾਂਦਾ ਹੈ, ਜਿਨ੍ਹਾਂ ਦੇ ਅੰਦਰ ਸੱਚਾ ਵਾਹਿਗੁਰੂ ਹੈ। ਨਾਮ ਸੰਭਾਲੇ ਨਾਮ ਸੰਗ੍ਰਹਿ, ਨਾਮੇ ਹੀ ਪਤ ਹੋਏ। ਗੁਰਮੁਖ ਨਾਮ ਸੰਭਾਲਦੇ ਨੇ, ਨਾਮ ਨੂੰ ਇਕੱਠਾ ਕਰਦੇ ਨੇ, ਨਾਮ ਨਾਲ ਹੀ ਇੱਜ਼ਤ ਪਤ ਹੁੰਦੀ ਹੈ। ਨਾਨਕ ਸਤਿਗੁਰ ਪਾਇਆ, ਕਰਮ ਪ੍ਰਾਪਤ ਹੋਏ। ਸਤਿਗੁਰੂ ਮਿਲਿਆ ਹੈ, ਇਹ ਵਾਹਿਗੁਰੂ ਦੀ ਬਖਸ਼ਿਸ਼ ਨਾਲ ਹੀ ਐਸਾ ਸਮਾਂ ਮਿਲਦਾ ਹੈ ਗੁਰੂ ਕੋਲ ਬੈਠਣ ਦਾ, ਬਾਣੀ ਪੜ੍ਹਨ ਦਾ, ਨਾਮ ਜਪਣ ਦਾ। ਮਹਾਰਾਜ ਫਰਮਾਨ ਕਰਦੇ ਨੇ ਪੌੜੀ, ਆਪੇ ਪਾਰਸ ਆਪ ਧਾਤ ਹੈ, ਆਪ ਕੀ ਤੌਣ ਕੰਚਨ। ਵਾਹਿਗੁਰੂ ਆਪ ਹੀ ਪਾਰਸ ਹੈ। ਪਾਰਸ ਜਿਹੜਾ ਹੋਰ ਧਾਤਾਂ ਨੂੰ ਸੋਨਾ ਬਣਾ ਦਿੰਦਾ ਹੈ, ਆਪ ਹੀ ਵਾਹਿਗੁਰੂ ਪਾਰਸ ਹੈ। ਧਾਤ ਰੂਪ ਜੀਵ ਰੂਪੀ ਧਾਤ ਵੀ ਆਪ ਹੈ। ਜਦੋਂ ਕਿਸੇ ਜੀਵ ਨੂੰ ਵਾਹਿਗੁਰੂ ਪਰਮਾਤਮਾ ਨਵਾਜਦਾ ਹੈ, ਉਹਨੂੰ ਸੋਨੇ ਦੀ ਤਰ੍ਹਾਂ ਕੀਮਤੀ ਬਣਾ ਦਿੰਦਾ ਹੈ। ਆਪ ਕਿਤੋਨ ਕੰਚਨ, ਆਪੇ ਹੀ ਸੋਨਾ ਬਣਾਉਣ ਵਾਲਾ। ਪਾਰਸ ਵੀ ਆਪ ਹੈ ਤੇ ਧਾਤ ਵੀ ਆਪ ਹੈ। ਧਾਤ ਅਤੇ ਪਾਰਸ ਕੋਲ ਕੋਲ ਪਏ ਨੇ, ਪਰ ਉਹ ਸੋਨਾ ਨਹੀਂ ਹੋ ਸਕਦੀ ਧਾਤ ਜਦੋਂ ਤੱਕ ਤੀਸਰਾ ਬੰਦਾ ਨਾ ਆ ਕੇ ਉਹਨਾਂ ਨੂੰ ਟੱਚ ਨਾ ਕਰੇ ਆਪਸ ਵਿੱਚ। ਪਰ ਮਹਾਰਾਜ ਕਹਿੰਦੇ ਵਾਹਿਗੁਰੂ ਪਾਰਸ ਵੀ ਆਪ ਹੈ, ਜੀਵ ਰੂਪੀ ਧਾਤ ਵੀ ਆਪ ਹੈ ਤੇ ਕੰਚਨ ਕਰਨ ਵਾਲਾ ਵੀ ਆਪ ਹੀ ਹੈ। ਭਾਵ ਸਾਰੀ ਖੇਡ ਵਰਤਾਉਣ ਵਾਲਾ ਆਪ ਹੈ। ਆਪੇ ਠਾਕੁਰ ਸੇਵਕ, ਆਪੇ ਹੀ ਪਾਪ ਖੰਡਨ। ਠਾਕੁਰ ਰੂਪ ਵੀ ਆਪ ਹੈ, ਸੇਵਕ ਬਣ ਕੇ ਸੇਵਾ ਕਰਨ ਵਾਲਾ ਵੀ ਆਪ ਹੈ। ਆਪ ਹੀ ਸੇਵਕਾਂ ਦੇ ਪਾਪਾਂ ਨੂੰ ਖੰਡਨ ਕਰਨ ਵਾਲਾ ਹੈ। ਆਪੇ ਸਭ ਕਾਵਟ ਭੋਗਵੈ ਸੁਆਮੀ, ਆਪੇ ਹੀ ਸਭ ਅੰਜਨ। ਆਪ ਹੀ ਸਾਰੀਆਂ ਘਟਾਵਾਂ ਦੇ ਵਿੱਚ ਵਾਹਿਗੁਰੂ ਸਾਰਾ ਕੁਝ ਭੋਗਣ ਵਾਲਾ ਹੈ। ਜੋਗੀ ਅੰਦਰ ਜੋਗੀਆ, ਤੂੰ ਭੋਗੀ ਅੰਦਰ ਭੋਗੀਆ, ਤੇਰਾ ਅੰਤ ਨਾ ਪਾਇਆ, ਸੁਰਗ ਮੱਛ ਪਿਆਲ ਜੀਓ। ਆਪੇ ਹੀ ਸਭ ਅੰਜਨ। ਤੇ ਮਹਾਰਾਜ ਕਹਿੰਦੇ ਸਭ ਪਾਸੇ ਉਹ ਅੰਜਨ ਰੂਪ ਵੀ, ਕਾਲਖ ਰੂਪ ਵੀ ਆਪ ਹੈ। ਆਪ ਵਿਵੇਕ, ਆਪ ਸਾਬੇਤਾ, ਆਪੇ ਗੁਰਮੁਖ ਭੰਜਨ। ਆਪ ਵਿਵੇਕ ਰੂਪ ਹੈ, ਗਿਆਨ। ਵਿਵੇਕ ਮੈਨੇ ਬਿਬ ਤੋਂ ਇਹ ਕਰਨ ਵਾਲਾ, ਉਹ ਗਿਆਨ ਜੋ ਦੋਹਾਂ ਤੋਂ ਇੱਕ ਕਰਨ ਵਾਲਾ, ਆਤਮਕ ਗਿਆਨ। ਆਪ ਸਭ ਬੇਤਾ, ਆਪ ਹੀ ਉਸ ਗਿਆਨ ਨੂੰ ਜਾਣਨ ਵਾਲਾ ਬੇਤਾ ਹੈ। ਆਪੇ ਗੁਰਮੁਖ ਭੰਜਨ, ਆਪ ਹੀ ਗੁਰਮੁਖ ਬਣ ਕੇ ਗੁਰਮੁਖਾਂ ਦੇ ਅੰਦਰੋਂ ਅੰਧਕਾਰ ਨੂੰ ਭੰਨਣ ਵਾਲਾ ਹੈ। ਜਨ ਨਾਨਕ ਸਲਾਹੇ ਨਾ ਰਜੈ, ਤੁਧ ਕਰਤੇ ਤੂੰ ਹਰ ਸੁਖ ਦਾਤਾ ਵੱਡਣ। ਵਾਹਿਗੁਰੂ ਪਰਮਾਤਮਾ ਤੇਰੇ ਗੁਰਮੁਖ ਭਗਤ ਨਾਮ ਤੇਰਾ ਜਪਦੇ, ਉਹ ਸਲਾਹੁੰਦੇ ਹੋਏ ਤੈਨੂੰ ਰੱਜਦੇ ਨਹੀਂ। ਹੇ ਵਾਹਿਗੁਰੂ ਤੂੰ ਸੁਖਾਂ ਦਾ ਦਾਤਾ ਹੈ, ਬਹੁਤ ਵੱਡਾ ਹੈ, ਬਹੁਤ ਵੱਡਾ ਹੈ। ਇਸ ਤਰ੍ਹਾਂ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਅਤੇ ਗੁਰੂ ਰਾਮਦਾਸ ਮਹਾਰਾਜ ਜੀ ਪਾਵਨ ਸ਼ਬਦਾਂ ਦੁਆਰਾ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਦੀ ਅਗਾਧ ਬੋਧ ਬਾਣੀ ਦੀਆਂ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।